ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੂਸਰਾ ਹਿੱਸਾ ਹੈ ਰਹਿਰਾਸ ਸਾਹਿਬ ਜੀ ਦੀ ਪਵਿੱਤਰ ਪਾਵਨ ਗੁਰਬਾਣੀ ਅਰਥਾਂ ਸਹਿਤ ਪੜ੍ਹਨ ਦੀ ਕੋਸ਼ਿਸ਼ ਕਰਾਂਗੇ। ਇੱਕ ਅੱਖਰ ਵੀ ਮਨ ਵਿੱਚ ਵਸ ਜਾਵੇਗਾ, ਸਾਡਾ ਭਲਾ ਹੋ ਜਾਵੇਗਾ। ਸਾਡਾ ਮਾਨਸ ਜਨਮ, ਮਨੁੱਖਾ ਜਨਮ, ਆ ਜਿਹੜੀ ਦੇਹ ਮਿਲੀ ਹੈ ਸਫਲ ਹੋ ਜਾਵੇਗੀ। ਪਹਿਲਾਂ ਆਪਾਂ ਪੜ੍ਹਿਆ ਸੀ ਇੱਥੋਂ ਤੱਕ, ਨਾਨਕ ਸੱਚ ਸਵਾਰਨ ਹਾਰਾ। ਸੱਚ ਹੀ ਸਾਨੂੰ ਸਵਾਰਨ ਵਾਲਾ ਹੈ। ਜਿਵੇਂ ਜਿਵੇਂ ਸੱਚ ਬੋਲਾਂਗੇ, ਸੱਚ ਦੇ ਰਾਹ 'ਤੇ ਚੱਲਾਂਗੇ, ਸੱਚੇ ਸੱਚੇ ਕਰਮ ਕਰਾਂਗੇ, ਸੱਚਾ ਜੀਵਨ ਬਤੀਤ ਕਰਾਂਗੇ, ਸੱਚੀ ਗੁਰਬਾਣੀ ਨੂੰ ਪੜ੍ਹਾਂਗੇ, ਸੱਚੀ ਗੁਰਬਾਣੀ ਨੂੰ ਸੁਣਾਂਗੇ, ਸੁਣ ਕੇ ਪੜ੍ਹ ਕੇ ਮੰਨਾਂਗੇ ਤਾਂ ਸਤਿਗੁਰੂ ਸਾਨੂੰ ਸਵਾਰ ਦੇਣਗੇ। ਜਿਵੇਂ ਲਿਬੜਿਆਂ ਤਿਬੜਿਆਂ ਬੱਚਿਆਂ ਨੂੰ ਮਾਂ ਸਵਾਰ ਦਿੰਦੀ ਹੈ, ਤਿਵੇਂ ਸਾਨੂੰ ਮੈਲਿਆਂ ਨੂੰ, ਕੁਚੈਲਿਆਂ ਨੂੰ ਗੁਰਬਾਣੀ ਮਾਂ ਰੂਪ ਜਿਹੜੀ ਹੈ ਉਹ ਸਵਾਰ ਦਿੰਦੀ ਹੈ। ਤੁਸੀਂ ਦੇਖਿਆ ਜਦੋਂ ਮਾਂ ਬੱਚੇ ਨੂੰ ਸਵਾਰ ਦੇਵੇ, ਧੀ ਪੁੱਤਰ ਨੂੰ, ਕਿੰਨੇ ਸੋਹਣੇ ਲੱਗਦੇ ਨੇ ਉਸ ਵੇਲੇ। ਕਿਵੇਂ ਕੇਸ ਵਾਏ ਹੁੰਦੇ ਹਨ, ਸੋਹਣੇ ਕੱਪੜੇ ਮਾਂ ਪਾ ਦਿੰਦੀ ਹੈ, ਸਜਾ ਦਿੰਦੀ ਹੈ, ਸੁੰਦਰ ਬਣਾ ਦਿੰਦੀ ਹੈ। ਗੁਰਬਾਣੀ ਵੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬੰਦੇ ਨੂੰ ਸਵਾਰ ਦਿੰਦੀ ਹੈ, ਬੰਦੀ ਨੂੰ ਸਵਾਰ ਦਿੰਦੀ ਹੈ। ਜਿਨ੍ਹਾਂ ਦੇ ਕੋਲ ਵੀ ਮਾਨਸ ਜਨਮ ਹੈ ਉਹਨਾਂ ਦੀ ਜ਼ਿੰਦਗੀ ਸਵਰ ਜਾਂਦੀ ਹੈ। ਪਰ ਜੇ ਉਹ ਸੱਚ ਦੇ ਨਾਲ ਪਿਆਰ ਕਰਨ, ਸੱਚ ਵਾਸਤੇ ਸੁੱਚੇ ਰਹਿਣਾ ਪੈਂਦਾ ਹੈ। ਅੰਦਰੋਂ ਮਨ ਕਰਕੇ ਸੁੱਚ ਹੋਵੇ ਤਾਂ ਸੱਚ ਪਾਈਏ। ਆਸਾ ਮਹੱਲਾ ਪਹਿਲਾ। ਇਹ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸ਼ਬਦ ਹੈ। ਇੱਕ ਵਾਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਖਾਣਾ ਪੀਣਾ ਤਿਆਗ ਦਿੱਤਾ। ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੇ ਵਿੱਚ ਲਿਵ ਐਸੀ ਲਾਈ ਰੱਖਦੇ ਸਨ। ਮਾਤਾ ਤ੍ਰਿਪਤਾ ਜੀ ਚਿੰਤਾ ਵਿੱਚ ਪੈ ਗਏ, ਮੇਰੇ ਪੁੱਤਰ ਨੂੰ ਕੀ ਹੋ ਗਿਆ? ਕੁਝ ਖਾਂਦਾ ਨਹੀਂ, ਕੁਝ ਪੀਂਦਾ ਨਹੀਂ, ਪਤਾ ਨਹੀਂ ਧਿਆਨ ਕਿੱਥੇ ਲਾਈ ਰੱਖਦਾ ਹੈ। ਮਾਤਾ ਤ੍ਰਿਪਤਾ ਜੀ ਨੇ ਪੁੱਛਿਆ, ਪੁੱਤਰ ਤੂੰ ਕੁਝ ਵੀ ਨਹੀਂ ਖਾਂਦਾ ਪੀਂਦਾ ਬੇਟਾ, ਕੀ ਗੱਲ ਹੈ? ਸਤਿਗੁਰਾਂ ਨੇ ਆਪਣੀ ਮਾਤਾ ਜੀ ਨੂੰ, ਮਾਤਾ ਤ੍ਰਿਪਤਾ ਜੀ ਨੂੰ ਆਖਿਆ, ਐ ਮੇਰੀ ਮਾਂ, ਆਖਾਂ ਜੀਵਾਂ ਜੇ ਮੈਂ ਵਾਹਿਗੁਰੂ ਜੀ ਦਾ ਨਾਮ, ਸਤਨਾਮ ਜੀ ਦਾ ਨਾਮ, ਇੱਕ ਓੰਕਾਰ ਜੀ ਦਾ ਨਾਮ, ਅਕਾਲ ਪੁਰਖ ਜੀ ਦਾ ਨਾਮ ਜਪਦਾ ਹਾਂ ਤਾਂ ਜਿਉਂਦਾ ਹਾਂ। ਵਿਸਰੈ ਮਰ ਜਾਉ। ਅਸਲ ਭੋਜਨ ਮੇਰਾ ਉਹ ਹੈ, ਜੇ ਉਹ ਮੈਨੂੰ ਵਿਸਰ ਜਾਵੇ ਤਾਂ ਇੰਝ ਜਾਣੋ ਜਿਵੇਂ ਮਰ ਜਾਈਦਾ ਹੈ। ਐ ਮੇਰੀ ਮਾਂ, ਇਹ ਕੰਮ ਬੜਾ ਔਖਾ ਹੈ। ਆਖਣ ਔਖਾ ਸਾਚਾ ਨਾਉ, ਸਭ ਕੰਮ ਸੌਖੇ ਹਨ। ਐ ਅੰਮੜੀ, ਐ ਮੇਰੀ ਮਾਂ, ਵਾਹਿਗੁਰੂ ਜੀ ਦਾ ਨਾਮ ਜਪਣਾ, ਅਕਾਲ ਪੁਰਖ ਜੀ ਦਾ, ਸਤਨਾਮ ਜੀ ਦਾ, ਪਰਮੇਸ਼ਰ ਦਾ ਨਾਮ ਜਪਣਾ ਬੜਾ ਔਖਾ ਹੈ। ਬਾਕੀ ਸਭ ਕੰਮ ਸੌਖੇ ਹਨ। ਆਖਣ ਔਖਾ
ਇਹ ਬੜਾ ਔਖਾ ਹੈ। ਵਾਕਿਆ ਦੇਖੀਦਾ ਹੈ, ਹਰ ਕੰਮ ਭੱਜ ਭੱਜ ਕੇ ਬੰਦਾ ਕਰਦਾ ਹੈ। बुरे काम को उठ खलोया, नाम की बेला पै पै सोया। ਆਪਣੇ ਕੰਮ ਵਾਸਤੇ ਆਲਸ ਕਰਨ ਲੱਗ ਪੈਂਦਾ ਹੈ। ਆਲਸ ਵਿਆਪਤੀ ਹੈ। ਔਖਾ ਜਾਣਦਾ ਹੈ ਸਤਨਾਮ ਵਾਹਿਗੁਰੂ ਕਹਿਣਾ, ਗੁਰਬਾਣੀ ਪੜ੍ਹਨੀ, ਗੁਰਦੁਆਰਾ ਸਾਹਿਬ ਜਾਣਾ। ਆਖਣ ਔਖਾ ਸਾਚਾ ਨਾਮ। ਸਾਚੇ ਨਾਮ ਕੀ ਲਾਗੈ ਭੂਖ। ਐ ਮਾਂ, ਤੁਸੀਂ ਕਹਿੰਦੇ ਹੋ ਤੈਨੂੰ ਭੁੱਖ ਨਹੀਂ ਲੱਗਦੀ। ਮਾਂ, ਮੈਨੂੰ ਭੁੱਖ ਲੱਗਦੀ ਹੈ ਸਤਨਾਮ ਸ੍ਰੀ ਵਾਹਿਗੁਰੂ ਜੀ ਦੇ ਨਾਮ ਦੀ। ਪੁੱਤ ਭੁੱਖ ਹੈ ਖਾਏ ਚੱਲੀਏ ਹੈ ਦੁੱਖ। ਉਹ ਜਿਹੜੀ ਭੁੱਖ ਲੱਗਦੀ ਹੈ ਨਾ ਸੱਚੇ ਨਾਮ ਦੀ, ਸਤਨਾਮ ਜੀ ਦੀ, ਉਹਦੇ ਨਾਲ ਸਾਰੇ ਦੁੱਖ ਜਿਹੜੇ ਹਨ ਚਲੇ ਜਾਂਦੇ ਹਨ। ਸੋ ਕਿਉਂ ਵਿਸਰੈ ਮੇਰੀ ਮਾਏ, ਐ ਮੇਰੀ ਮਾਤਾ, ਐ ਮੇਰੀ ਮਾਏ। ਉਸ ਐਸੇ ਵਾਹਿਗੁਰੂ ਜੀ ਨੂੰ ਮੈਂ ਕਿਵੇਂ ਵਿਸਰ ਜਾਵਾਂ। ਇਹ ਭੋਜਨ ਦੁਨੀਆ ਦਾ ਮੈਨੂੰ ਕਿੱਥੇ ਚੰਗਾ ਲੱਗਦਾ ਹੈ, ਜੇ ਉਹ ਭੋਜਨ ਮੈਨੂੰ ਨਾ ਮਿਲੇ। ਸਾਚਾ ਸਾਹਿਬ ਸਾਚੈ ਨਾਏ, ਸੱਚੇ ਨਾਮ ਵਾਲੇ, ਸੱਚੇ ਅਕਾਲ ਪੁਰਖ ਵਾਹਿਗੁਰੂ ਜੀ ਦਾ, ਸੱਚ ਦਾ। ਸਾਚੇ ਨਾਮ ਕੀ ਤਿਲ ਵਡਿਆਈ। ਐ ਮਾਂ, ਸੱਚੇ ਨਾਮ ਦੀ ਤਿਲ ਜਿੰਨੀ ਵੀ ਕੋਈ ਵਡਿਆਈ ਕਰ ਲਵੇ ਉਹਦਾ ਵੀ ਬੜਾ ਫਲ ਮਿਲਦਾ ਹੈ। ਉਹ ਅਕਾਲ ਪੁਰਖ ਜੀ ਐਸੇ ਹਨ, ਇੱਕ ਤਿਲ ਨਹੀਂ ਭੰਨੇ ਘਾਲੇ। ਕਿਸੇ ਦੀ ਮਿਹਨਤ ਕੀਤੀ ਹੋਈ ਨਾਮ ਜਪਿਆ ਹੋਇਆ ਤਿਲ ਜਿੰਨਾ ਜਿਹੜਾ ਕਿਸੇ ਨੇ ਜਪਿਆ ਹੈ ਸਤਨਾਮ ਸ੍ਰੀ ਵਾਹਿਗੁਰੂ, ਉਹਦੀ ਘਾਲੀ ਹੋਈ ਦਾ ਫਲ ਉਹਨੂੰ ਦੇ ਦਿੰਦੇ ਹਨ। ਆਖ ਥੱਕੇ ਕੀਮਤ ਨਹੀਂ ਪਾਈ, ਸਭ ਕਹਿ ਕਹਿ ਕੇ ਥੱਕ ਗਏ ਹਨ। ਕੀਮਤ ਨਹੀਂ ਪਾਈ, ਪਰ ਕੋਈ ਕੀਮਤ ਪਾ ਨਹੀਂ ਸਕਦਾ। ਕੀਮਤ ਪਾਏ ਨਾ ਕਹਿਆ ਜਾਏ। ਪੈਸਿਆਂ ਨਾਲ, ਮਾਇਆ ਨਾਲ, ਧਨ ਨਾਲ ਮਾਲਿਕ ਨੂੰ ਕੋਈ ਨਹੀਂ ਰਿਝਾ ਸਕਦਾ। ਉਹ ਤਾਂ ਉਹਦਾ ਦਿੱਤਾ ਹੋਇਆ ਹੈ। ਦਾਤਾਂ ਤਾਂ ਮਾਲਿਕ ਦੀਆਂ ਦਿੱਤੀਆਂ ਹੋਈਆਂ ਹਨ, ਉਹ ਅਮੁੱਲ ਹਨ, ਮੁੱਲ ਨਹੀਂ ਪਾਇਆ ਜਾ ਸਕਦਾ। ਸਿਰਫ ਜਿਹੜੇ ਆਖਦੇ ਹਨ ਸਤਨਾਮ ਸ੍ਰੀ ਵਾਹਿਗੁਰੂ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਸਤਿਗੁਰੂ ਜੀ ਹੁਕਮ ਕਰਦੇ ਹਨ, ਜਿਹੜੇ ਕਹਿੰਦੇ ਹਨ ਰਸਨਾ ਦੇ ਨਾਲ, ਜਪਦੇ ਹਨ ਸਤਨਾਮ ਸ੍ਰੀ ਵਾਹਿਗੁਰੂ, ਵਾਹਿਗੁਰੂ ਜੀ ਉਹ ਤੁਹਾਡੇ ਵਿੱਚ ਸਮਾਏ ਰਹਿੰਦੇ ਹਨ। ਆਖ ਥੱਕੇ, ਥੱਕ ਗਈ ਦੁਨੀਆ ਕਹਿ ਕਹਿ ਕੇ, ਕੀਮਤ ਨਹੀਂ ਪਾਏ, ਪਰ ਕੋਈ ਨਹੀਂ ਸਮਝ ਸਕਿਆ। ਜੇ ਸਭ ਮਿਲ ਕੇ ਆਖਣ ਪਾਹੇ, ਜੇ ਸਾਰੇ ਵੀ ਮਿਲ ਕੇ ਰਲ ਕੇ ਵਾਹਿਗੁਰੂ ਜੀ ਨੂੰ ਵੱਡਾ ਵੱਡਾ ਆਖਣ, ਕਹਿੰਦੀ ਵੀ ਹੈ ਦੁਨੀਆ ਵੱਡਾ ਵੱਡਾ ਆਖੇ ਸਭ ਕੋਈ। ਸਾਰੀ ਦੁਨੀਆ ਵੀ ਕਹਿਣ ਲੱਗ ਪਵੇ ਤੁਸੀਂ ਧਨ ਹੋ, ਵੱਡਾ ਨਾ ਹੋਵੇ ਘਾਟ ਨਾ ਜਾਏ। ਉਹ ਵਾਹਿਗੁਰੂ ਜੀ ਉਹ ਹੈ ਹੀ ਵੱਡੇ ਹਨ। ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ।
ਉਹ ਘਟ ਨਹੀਂ ਜਾਂਦੇ, ਉਹ ਵੱਡੇ ਹੀ ਹਨ। ਨਾ ਉਹ ਮਰੈ ਨਾ ਹੋਵੇ ਸੋਗ, ਦੁਨੀਆ ਮਰ ਜਾਂਦੀ ਹੈ, ਵਿਨਾਸ਼ ਹੋ ਜਾਂਦਾ ਹੈ। ਵਿਨਾਸ਼ ਕਹਿੰਦੇ ਨੇ ਖਾਤਮਾ ਹੋ ਜਾਂਦਾ ਹੈ, ਉਮਰ ਮੁੱਕ ਜਾਂਦੀ ਹੈ। ਵਾਹਿਗੁਰੂ ਵੱਲੋਂ ਮਿਲੀ ਹੋਈ ਇੱਕ ਦਿਨ ਬਚਪਨ ਵੀ ਲੰਘ ਜਾਂਦਾ ਹੈ, ਜਵਾਨੀ ਵੀ ਲੰਘ ਜਾਂਦੀ ਹੈ, ਬੁਢੇਪਾ ਵੀ ਕੰਢੇ ਤੇ ਆ ਜਾਂਦਾ ਹੈ। ਪਰ ਵਾਹਿਗੁਰੂ ਜੀ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਹਨ, ਅਜੂਨੀ ਸੈਭੰ ਗੁਰ ਪ੍ਰਸਾਦ। ਨਾ ਉਹ ਮਰੈ ਨਾ ਹੋਵੇ ਸੋਗ, ਦੁਨੀਆ ਨੂੰ ਸੋਗ ਪੈ ਰਹਿੰਦੇ ਹਨ। ਕਹਿ ਵੀ ਦਿੰਦੇ ਹਨ ਅਸੀਂ ਅੱਜ ਫਲਾਣੇ ਦਾ ਸੋਗ ਹੈ, ਉੱਥੇ ਚੱਲੇ ਹਾਂ। ਪਿੰਡਾਂ ਥਾਵਾਂ ਵਿੱਚ ਇਹ ਬੋਲੀ ਬੋਲੀ ਜਾਂਦੀ ਹੈ। ਪਰ ਵਾਹਿਗੁਰੂ ਇਸ ਤੋਂ ਰਹਿਤ ਹਨ। ਵਾਹਿਗੁਰੂ ਦੇ ਘਰ ਖੁਸ਼ੀਆਂ ਹੀ ਖੁਸ਼ੀਆਂ ਹਨ, ਤਾਈਓਂ ਤੇ ਜੁੜੇ ਰਹੀਦਾ ਹੈ ਵਾਹਿਗੁਰੂ ਜੀ ਨਾਲ, ਅਕਾਲ ਪੁਰਖ ਜੀ ਨਾਲ। ਲੱਖਾਂ ਖੁਸ਼ੀਆਂ ਦੀ ਬਖਸ਼ਿਸ਼ ਕਰ ਦਿੰਦੇ ਹਨ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਕਿਤੇ ਨਜ਼ਰ ਪੈ ਜਾਵੇ ਸਾਡੇ ਤੇ, ਜੇ ਸਤਿਗੁਰ ਨਦਰ ਕਰੇ। ਦੇਂਦਾ ਰਹਿ ਨਾ ਚੁੱਕੈ ਭੋਗ, ਉਹ ਇੰਨਾ ਦਿੰਦੇ ਨੇ, ਇੰਨਾ ਦਿੰਦੇ ਨੇ, ਸਾਰੀ ਦੁਨੀਆ ਨੂੰ ਦੇ ਰਹੇ ਹਨ। ਦਿੰਦਾ ਦੇ ਲੈਂਦੇ ਥੱਕ ਪਾਏ, ਲੈਣ ਵਾਲੇ ਥੱਕ ਜਾਂਦੇ ਹਨ, ਵਾਹਿਗੁਰੂ ਦੇ ਹੀ ਜਾਂਦੇ ਹਨ। ਇੰਨੇ ਪਦਾਰਥ ਦੇ ਦਿੰਦੇ ਹਨ ਲਾਈਫ ਦੇ ਵਿੱਚ, ਜ਼ਿੰਦਗੀ ਦੇ ਵਿੱਚ, ਨਾ ਚੁੱਕੈ ਭੋਗ। ਬੰਦਾ ਥੱਕ ਜਾਂਦਾ ਹੈ ਲੈ ਲੈ ਕੇ, ਉਮਰ ਮੁੱਕ ਜਾਂਦੀ ਹੈ, ਪਰ ਧਨ ਪਦਾਰਥ ਦੁਨੀਆ ਦੇ ਆਉਂਦੇ ਰਹਿੰਦੇ ਹਨ। ਗੁਣ ਇਹੋ ਹੋਰ ਨਾਹੀਂ ਕੋਏ, ਇਹ ਜਿਹੜੇ ਗੁਣ ਹਨ ਉਹ ਅਕਾਲ ਪੁਰਖ ਵਾਹਿਗੁਰੂ ਜੀ ਵਿੱਚ ਹਨ, ਹੋਰ ਕਿਸੇ ਵਿੱਚ ਨਹੀਂ। ਨਾ ਕੋ ਹੋਆ ਨਾ ਕੋ ਹੋਏ, ਨਾ ਕੋ ਹੋਆ ਨਾ ਕੋ ਹੋਏ, ਨਾ ਕੋਈ ਹੋਇਆ ਹੈ ਵਾਹਿਗੁਰੂ ਜੀ ਵਰਗਾ, ਤੇ ਨਾ ਕੋਈ ਹੋਣਾ ਹੈ, ਉਹ ਆਪ ਹੀ ਆਪ ਹਨ। ਜੇ ਵੱਡੇ ਆਪ, ਜਿੱਡੇ ਵੱਡੇ ਉਹ ਆਪ ਹਨ। ਸਤਿਗੁਰੂ ਜੀ ਪਹਿਲੇ ਪਾਤਸ਼ਾਹ ਫਰਮਾਉਂਦੇ ਹਨ, ਤੇਵੜ ਤੇਰੀ ਦਾਤ। ਵਾਹਿਗੁਰੂ ਜੀ ਜੋ ਤੁਹਾਡੇ ਨਾਲ ਜੁੜ ਜਾਂਦਾ ਹੈ, ਉਹਨੂੰ ਵੱਡੀਆਂ ਵੱਡੀਆਂ ਦਾਤਾਂ ਤੁਸੀਂ ਬਖਸ਼ਿਸ਼ ਕਰ ਦਿੰਦੇ ਹੋ। ਜਿੱਡੇ ਵੱਡੇ ਆਪ ਹੋ, ਓਡੀਆਂ ਵੱਡੀਆਂ ਤੁਹਾਡੀਆਂ ਦਾਤਾਂ ਹਨ। ਜਿਨ ਦਿਨ ਕਰਕੇ ਕੀਤੀ ਰਾਤ, ਉਸ ਵਾਹਿਗੁਰੂ ਦੀ ਉਸਤਤ ਕਰੀਏ, ਗੁਰਬਾਣੀ ਪੜ੍ਹੀਏ, ਨਾਮ ਜਪੀਏ, ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਹੁਕਮ ਨੂੰ ਮੰਨੀਏ, ਜਿਨ੍ਹਾਂ ਨੇ ਦਿਨ ਬਣਾਇਆ ਹੈ ਫਿਰ ਰਾਤ ਬਣਾ ਦਿੱਤੀ ਹੈ ਆਰਾਮ ਵਾਸਤੇ। ਜਿਨ ਦਿਨ ਕਰਕੇ ਪਹਿਲਾਂ ਦਿਨ ਬਣਾਇਆ ਹੈ। ਸੂਰਜ ਹੁਕਮ ਮੰਨ ਕੇ ਚੜ੍ਹ ਪੈਂਦਾ ਹੈ। ਚੌਥਾ ਸ਼ਲੋਕ ਪੜ੍ਹਿਆ ਕਰੋ ਆਸਾ ਜੀ ਦੀ ਵਾਰ ਦਾ, ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੇ ਲਖ ਦਰਿਆਓ। ਸਾਰਾ ਪੜ੍ਹਿਆ ਕਰੋ ਆਪ। ਇੰਨੀਆਂ ਚੀਜ਼ਾਂ ਭੈ ਵਿੱਚ ਹਨ, ਜਿਨ੍ਹਾਂ ਨੇ ਦਿਨ ਬਣਾਇਆ ਹੈ, ਰਾਤ ਬਣਾਈ ਹੈ। ਜਿਨ ਦਿਨ ਕਰਕੇ ਕੀਤੀ ਰਾਤ, ਪਹਿਲਾਂ ਦਿਨ ਕੀਤਾ ਹੈ ਫਿਰ ਰਾਤ ਕੀਤੀ ਹੈ, ਰੈਸਟ ਵਾਸਤੇ, ਆਰਾਮ ਵਾਸਤੇ, ਵਿਸਰਾਮ ਵਾਸਤੇ। ਇੰਨੇ ਸੁੱਖਾਂ ਨੂੰ ਬਖਸ਼ਿਸ਼ ਕਰਨ ਵਾਲੇ ਬੰਦੇ ਨੂੰ, ਦੇਣ ਵਾਲੇ ਨੂੰ ਜੇ ਬੰਦਾ ਭੁੱਲ ਜਾਵੇ ਤਾਂ ਉਹ ਕਮਜ਼ਾਤ ਹੈ, ਉਹ ਮਾਨਸ ਨਹੀਂ, ਉਹ ਬੰਦਾ ਨਹੀਂ। ਜਿਵੇਂ ਕਹਿ ਦਈਦਾ ਤੂੰ ਬੰਦਾ ਹੈ, ਬੰਦਿਆਂ ਵਾਲੇ ਕੰਮ ਕਰ, ਕੀ ਪਿਆ ਕਰਦਾ ਹੈ। ਖਸਮ ਵਿਸਾਰ ਹੈ, ਜੋ ਖਸਮ ਨੂੰ ਵਿਸਾਰ ਦੇਵੇ, ਛੱਡ ਦੇਵੇ, ਤੇ ਕਮਜਾਤ, ਉਹ ਪ੍ਰਾਣੀ ਕਮਜਾਤ ਹੈ। ਉਹਨੇ ਆਪਣਾ ਮਾਨਸ ਜਨਮ ਗਵਾ ਲਿਆ। ਨਾਨਕ ਨਾਵੇ ਬਾਜ ਸਨਾਤ, ਨਾਮ ਤੋਂ ਬਿਨਾ ਆਦਮੀ ਸਨਾਤ ਨੀਚ ਹੈ।
ਰਾਗ ਗੂਜਰੀ ਮਹੱਲਾ ਚੌਥਾ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ ਆ ਗਏ ਹਨ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਤਿਗੁਰਾਂ ਨੂੰ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਆਖਿਆ, ਪੁੱਤਰ ਜੋ ਚਾਹੀਦਾ ਹੈ ਮੰਗ। ਸਤਿਪੁਰਖਾ ਜੋ ਮੰਗਣਾ ਹੈ ਮੰਗ। ਹਰ ਕੇ ਜਨ, ਐ ਹਰੀ ਦੇ ਜਨ, ਐ ਗੁਰੂ ਰਾਮਦਾਸ। ਅਸੀਂ ਸਤਿਕਾਰ ਨਾਲ ਗੁਰੂ ਰਾਮਦਾਸ ਆਖਦੇ ਹਾਂ, ਕਿਉਂਕਿ ਸਾਡੇ ਗੁਰੂ ਹਨ ਚੌਥੇ। ਤੇ ਕਹਿ ਰਹੇ ਹਨ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ, ਉਹਨਾਂ ਦੇ ਗੁਰੂ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਐ ਸੱਚੇ ਪੁਰਖਾ। ਸਤਿਗੁਰ ਦੀ ਉਪਾਧੀ ਅਕਾਲ ਪੁਰਖ ਨੇ ਆਪ ਨੂੰ ਬਖਸ਼ਿਸ਼ ਕਰਨੀ ਹੈ। ਬਿਨੋ ਕਰੋ ਗੁਰ ਪਾਸ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ, ਕਿਉਂਕਿ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਗੁਰੂ ਹਨ ਅਕਾਲ ਪੁਰਖ ਜੀ। ਧੰਨ ਗੁਰੂ ਅੰਗਦ ਦੇਵ ਜੀ ਦੇ ਗੁਰੂ ਹਨ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ। ਉਹਨਾਂ ਨੂੰ ਵੀ ਸਤਿਗੁਰੂ ਜੀ ਪੁਰਖਾ ਹੀ ਆਖਿਆ ਕਰਦੇ ਸਨ, ਫਰਮਾਇਆ ਕਰਦੇ ਸਨ। ਜਦੋਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਖਿਆ, ਪੁੱਤਰ ਕੁਝ ਮੰਗ, ਜੋ ਚਾਹੀਦਾ ਬੇਟਾ ਦੱਸ, ਤਾਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਚੌਥੇ ਪਾਤਸ਼ਾਹ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਖਲੋ ਕੇ ਹੱਥ ਜੋੜ ਕੇ ਆਖਦੇ ਹਨ, ਹਰ ਕੇ ਜਨ ਸਤਿਗੁਰ ਸਤਿਪੁਰਖਾ। ਸਤਿਗੁਰੂ ਜੀ, ਸਤਿਪੁਰਖ ਜੀ, ਬਿਨਾ ਕਰੋ ਗੁਰਪਾਸ। ਮੇਰੀ ਬੇਨਤੀ ਹੈ ਆਪਣੇ ਸਤਿਗੁਰੂ ਜੀ ਦੇ ਪਾਸ ਕੋਲ। ਹਮ ਕੀਰੇ ਕਿਰਮ ਸਤਿਗੁਰ ਸਰਣਾਈ। ਸਤਿਗੁਰੂ ਜੀ, ਅਸੀਂ ਜਿਹੜੇ ਜੀਵ ਹਾਂ ਆਪ ਜੀ ਦੇ ਸ਼ਰਨ ਆਏ ਹਾਂ। ਹਮ ਕੀਰੇ ਕਿਰਮ, ਅਸੀਂ ਤੁੱਛ ਜੀਵ ਹਾਂ। ਕੀਰੇ ਕਿਰਮ, ਸਤਿਗੁਰੂ ਜੀ ਤੁਹਾਡੀ ਸਰਣਾਈ ਵਿੱਚ ਆਏ ਹਾਂ, ਕਿਉਂਕਿ ਸਾਰੇ ਸੰਸਾਰ ਬਾਰੇ ਇਹ ਗੁਰਬਾਣੀ ਸਾਰਿਆਂ ਜੀਆਂ ਵਾਸਤੇ ਸਤਿਗੁਰਾਂ ਨੇ ਉਚਾਰਨ ਕੀਤੀ ਹੈ। ਅੱਜ ਵੀ ਗੁਰੂ ਘਰ ਜਾਓ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਇਹੋ ਜਿਹੀ ਭਾਵਨਾ ਲੈ ਕੇ, ਮਨ ਦੀ ਪਿਆਰ ਲੈ ਕੇ, ਜਿਵੇਂ ਸਤਿਗੁਰਾਂ ਨੇ ਪੂਰਨਾ ਪਾਇਆ ਹੈ। ਜਿਵੇਂ ਬੱਚੇ ਪਹਿਲੇ ਪੈਨਸਲ ਨਾਲ ਪੂਰਨਾ ਪਾਉਂਦੇ ਨੇ, ਮੁੜ ਕੇ ਪੱਕੀ ਸਿਆਹੀ ਨਾਲ ਲਿਖ ਲੈਂਦੇ ਨੇ। ਇੱਕ ਸਤਿਗੁਰਾਂ ਦੇ ਗੁਰਬਾਣੀ ਵਿੱਚ ਪੂਰਨੇ ਪਾਏ ਹੋਏ ਹਨ, ਜਿਨ੍ਹਾਂ ਤੇ ਗੁਰਸਿੱਖਾਂ ਨੇ, ਗੁਰੂ ਪਿਆਰਿਆਂ ਨੇ, ਗੁਰੂ ਨਾਨਕ ਨਾਮ ਲੇਵਾ ਸਾਧ ਸੰਗਤ ਨੇ, ਕਲਗੀਆਂ ਵਾਲੇ ਬਾਜਾਂ ਵਾਲੇ ਸਤਿਗੁਰਾਂ ਦੀ ਸਾਧ ਸੰਗਤ ਨੇ ਚੱਲਣਾ ਹੈ। ਕਾਇਆ ਕਾਗਦ ਮਨ ਪਰਵਾਣਾ, ਆਪਣੇ ਮਨ ਤੇ ਉਹ ਲੇਖ ਪੱਕੇ ਕਰਨੇ ਹਨ, ਜਿਹੜੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਪੂਰਨੇ ਪਾ ਦਿੱਤੇ ਹਨ। ਸਤਿਗੁਰੂ ਜੀ ਹੁਕਮ ਕਰਨ ਲੱਗੇ, ਮੰਗ। ਧੰਨ ਗੁਰੂ ਰਾਮਦਾਸ ਜੀ ਨੇ ਬੇਨਤੀ ਕੀਤੀ, ਹਮ ਕੀਰੇ ਕਿਰਮ। ਤੀਸਰੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ, ਸਤਿਗੁਰ ਸਰਣ ਆਈ, ਬਸ ਇੱਕੋ ਕਿਰਪਾ ਕਰੋ, ਦਇਆ ਕਰੋ, ਕਰ ਦਇਆ। ਨਾਮ ਪ੍ਰਗਾਸ, ਨਾਮ ਦਾ ਪ੍ਰਕਾਸ਼ ਹੋ ਜਾਵੇ, ਵਾਹਿਗੁਰੂ ਜੀ ਹਿਰਦੇ ਵਿੱਚ ਵਸ ਜਾਣ। ਐ ਗੁਰਦੇਵ, ਤੁਹਾਡੇ ਨਾਲੋਂ ਮੇਰਾ ਮਿੱਤਰ ਕੋਈ ਨਹੀਂ।
ਮੇਰਾ ਆਪਣਾ ਕੋਈ ਨਹੀਂ, ਤੁਸੀਂ ਮੇਰੇ ਸਭ ਕੁਝ ਹੋ। ਮੇਰੇ ਮੀਤ ਗੁਰਦੇਵ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਬੇਨਤੀ ਕਰਨ ਲੱਗੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ। ਬੋ ਕੋ ਰਾਮ ਨਾਮ ਪ੍ਰਗਾਸ। ਰਾਮ ਜੋ ਰਮੇ ਹੋਏ ਹਨ ਸਾਰੇ ਸੰਸਾਰ ਦੇ ਜੀਆਂ ਦੇ ਅੰਦਰ, ਘਟ ਘਟ ਰਾਮ ਰਹਿਆ ਭਰਪੂਰ। ਉਹਨਾਂ ਦੇ ਨਾਮ ਦਾ ਪ੍ਰਕਾਸ਼ ਚਾਨਣਾ ਮੇਰੇ ਹਿਰਦੇ ਵਿੱਚ ਹੋ ਜਾਵੇ। ਅੱਜ ਵੀ ਚਾਨਣਾ ਹੋ ਜਾਂਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੇ ਲੜ ਬਾਜਾਂ ਵਾਲੇ ਕਲਗੀਆਂ ਵਾਲੇ ਸਾਹਿਬ ਦਸ਼ਮੇਸ਼ ਪਿਤਾ ਜੀ ਲਾ ਗਏ ਹਨ, ਉਹ ਗੁਰੂ ਹਨ ਗੁਰਬਾਣੀ ਇਸ ਜਗ ਮਹਿ ਚਾਨਣ। ਤਾਈਓ ਤੇ ਸਤਿਗੁਰਾਂ ਨੇ ਇਹ ਪੂਰਨੇ ਪਾ ਦਿੱਤੇ ਹਨ। ਅੱਜ ਵੀ ਗੁਰਦੁਆਰਾ ਸਾਹਿਬ ਜਾਓ, ਜਾ ਕੇ ਬੇਨਤੀ ਕਰੋ ਸਤਿਗੁਰਾਂ ਦੇ ਚਰਨਾਂ ਵਿੱਚ, ਵਾਹਿਗੁਰੂ ਜੀ ਕਿਰਪਾ ਕਰੋ, ਤੁਸੀਂ ਮੇਰੇ ਮਾਤਾ ਪਿਤਾ ਹੋ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਰ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਬੇਨਤੀ ਕਰਨ ਲੱਗੇ, ਮੋਕੋ ਰਾਮ ਨਾਮ ਪ੍ਰਗਾਸ। ਵਾਹਿਗੁਰੂ ਜੀ ਦੇ ਨਾਮ ਦਾ ਹਿਰਦੇ ਵਿੱਚ ਪ੍ਰਕਾਸ਼ ਹੋ ਜਾਵੇ, ਚਾਨਣਾ ਹੋ ਜਾਵੇ। ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ। ਤੁਹਾਡੀ ਦਿੱਤੀ ਹੋਈ ਸਿੱਖਿਆ ਜਿਹੜੀ ਹੈ, ਸਿੱਖੀ ਸਿੱਖਿਆ ਗੁਰ ਵਿਚਾਰ, ਉਹੀਓ ਮੇਰੇ ਪ੍ਰਾਣਾਂ ਦਾ ਆਸਵਾਸਾਂ ਦਾ ਆਧਾਰ ਹੈ। ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ, ਉਹੀਓ ਸਖਾਈ ਹੈ, ਬਾਕੀ ਕੋਈ ਸਖਾਈ ਨਹੀਂ। ਸਭ ਸਾਥ ਛੱਡ ਜਾਂਦੇ ਹਨ। ਪ੍ਰਾਣਾਂ ਦੀ ਸਖਾਈ ਵਾਹਿਗੁਰੂ ਜੀ ਹਨ। ਵਾਹਿਗੁਰੂ ਜੀ ਦਾ ਨਾਮ ਹੈ ਸਤਨਾਮ ਸ੍ਰੀ ਵਾਹਿਗੁਰੂ ਜੀ। ਤਾਈਓ ਤੇ ਸਤਿਗੁਰਾਂ ਨੇ ਨਾਲ ਨਾਲ ਰਹਿਣ ਵਾਸਤੇ ਕਿਹਾ ਹੈ, ਸਾਸ ਸਾਸ ਸਿਮਰੋ ਗੋਬਿੰਦ। ਹੇ ਪ੍ਰਾਣਨਾਥ ਜਗਤ ਗੁਰੂ। ਗੁਰੂ ਦੀ ਮੱਤ ਧਾਰਨ ਕਰਨ ਦੇ ਨਾਲ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਹੁਕਮ ਕਰਦੇ ਹਨ, ਗੁਰਮਤਿ ਧਾਰਨ ਕਰਨੀ ਹੈ। ਗੁਰੂ ਦੀ ਮੱਤ। ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ, ਉਹ ਪ੍ਰਾਣਾਂ ਦਾ ਸਖਾਈ ਹੈ। ਹਰ ਕੀਰਤ ਹਮਰੀ ਰਹਿਰਾਸ। ਵਾਹਿਗੁਰੂ ਦੀ ਕੀਰਤੀ ਕਰਨੀ, ਕੀਰਤਨ ਕਰਨਾ, ਉਸਤਤ ਕਰਨੀ, ਵਡਿਆਈ ਕਰਨੀ, ਸੋਭਾ ਕਰਨੀ, ਇਹ ਸਾਡੀ ਰਾਸ ਹੈ, ਅਰਦਾਸ ਹੈ, ਬੇਨਤੀ ਹੈ। ਰਹਾਉ ਹਰ ਜਨ ਕੇਵਡ ਭਾਗ ਵਡੇਰੇ। ਹੁਣ ਸਤਿਗੁਰੂ ਜੀ ਹੁਕਮ ਕਰਦੇ ਹਨ, ਉਹ ਧਨ ਹਨ, ਉਹਨਾਂ ਦੇ ਵੱਡੇ ਭਾਗ ਹਨ, ਜਿਨ੍ਹਾਂ ਨੂੰ ਵਾਹਿਗੁਰੂ ਦਾ ਮਨ ਵਿੱਚ ਪਿਆਰ ਪੈਦਾ ਹੁੰਦਾ ਹੈ। ਵਾਹਿਗੁਰੂ ਦੇ ਜਨ ਬਣ ਜਾਂਦੇ ਹਨ, ਸੇਵਕ ਬਣ ਜਾਂਦੇ ਹਨ। ਤੇਰੇ ਜਨ ਧਿਆਨ ਹੈ ਇੱਕ ਮਨ ਇੱਕ ਚਿੱਤ, ਇਹ ਮਨ ਤੇ ਚਿੱਤ ਨੂੰ ਇੱਕ ਕਰ ਲੈਂਦੇ ਹਨ। ਹਰ ਜਨ ਕੇ ਵੱਡ ਭਾਗ ਵਡੇਰੇ, ਉਹਨਾਂ ਦੇ ਵੱਡੇ ਭਾਗ ਹਨ, ਜਿਨ੍ਹਾਂ ਨੂੰ ਇਹ ਥਰਸਟ ਪਿਆਸ ਲੱਗਦੀ ਹੈ, ਜਿਹੜੇ ਜਪਦੇ ਹਨ ਵਾਹਿਗੁਰੂ 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 ਵਾਹਿਗੁਰੂ। ਜਿਨ ਹਰ ਹਰ ਸਰਦਾ ਹਰ ਪਿਆਸ। ਵਾਹਿਗੁਰੂ ਦੇ ਨਾਮ ਦੀ ਸ਼ਰਧਾ ਮਨ ਵਿੱਚ ਪੈਦਾ ਹੁੰਦੀ ਹੈ। ਸ਼ਰਧਾ ਰੂਪੀ ਪਿਆਸ ਜਿਨ੍ਹਾਂ ਨੂੰ ਲੱਗਦੀ ਹੈ, ਉਹ ਭਾਗਾਂ ਵਾਲੇ ਹਨ। ਹਰ ਹਰ ਨਾਮ ਮਿਲੇ ਤ੍ਰਿਪਤਾਸ ਹੈ। ਜਿਵੇਂ ਜਿਵੇਂ ਉਹ ਜਪਦੇ ਹਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਾਰਾ। ਜਿਵੇਂ ਜਿਵੇਂ
ਨਾਮ ਜਪਦੇ ਹਨ, ਤਿਵੇਂ ਤਿਵੇਂ ਉਹਨਾਂ ਦੀ ਪਿਆਸ ਬੁਝਦੀ ਜਾਂਦੀ ਹੈ, ਤ੍ਰਿਪਤ ਹੋ ਜਾਂਦੇ ਹਨ। ਜਿਵੇਂ ਕੋਈ ਜਲ ਦਾ ਗਿਲਾਸ ਛਕ ਕੇ ਉਹਦੀ ਪਿਆਸ ਬੁੱਝ ਜਾਂਦੀ ਹੈ। ਨਾਮ ਜਪਣ ਵਾਲੇ ਜਿੰਨਾ ਚਿਰ ਨਾਮ ਨਾ ਜਪਣ, ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ, ਉਹਨਾਂ ਦੀ ਟੰਗ ਰਸਨਾ ਨਾ ਕਵੇ, ਉਹਨਾਂ ਦੀ ਪਿਆਸ ਨਹੀਂ ਬੁੱਝਦੀ। ਜਿਹੜੇ ਹਰੀ ਦੇ ਜਨ ਹਨ, ਉਹਨਾਂ ਨੂੰ ਨਾਮ ਮਿਲਣਾ ਚਾਹੀਦਾ ਹੈ। ਨਾਨਕ ਨਾਮ ਮਿਲੇ ਤਾਂ ਜੀਵਾਂ। ਜਿਵੇਂ ਖੇਤੀਆਂ ਹਰੀਆਂ ਹੋ ਜਾਂਦੀਆਂ ਨੇ, ਤਿਵੇਂ ਉਹ ਹਰੇ ਭਰੇ ਹੋ ਜਾਂਦੇ ਹਨ, ਤਨ ਕਰਕੇ ਮਨ ਕਰਕੇ। ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਹਰ ਹਰ ਨਾਮ ਮਿਲੇ ਤ੍ਰਿਪਤਾਸੈ ਹੈ, ਰਾਜੀ ਜਾਂਦੇ ਹਨ, ਪਿਆਸ ਬੁੱਝ ਜਾਂਦੀ ਹੈ, ਤ੍ਰਿਪਤ ਹੋ ਜਾਂਦੇ ਹਨ। ਮਿਲ ਸੰਗਤ ਗੁਣ ਪ੍ਰਗਾਸ, ਸਾਧ ਸੰਗਤ ਵਿੱਚ ਜਾ ਜਾ ਕੇ ਸੰਗਤ ਵਾਲੇ ਗੁਣ ਜਿਹੜੇ ਹਨ, ਗੁਰੂ ਗੁਰੂ ਜਪਣ ਵਾਲੇ, ਉਹਨਾਂ ਨੂੰ ਗ੍ਰਹਿਣ ਕਰ ਲੈਂਦੇ ਹਨ, ਲੈ ਲੈਂਦੇ ਹਨ, ਜੀਵਨ ਬਦਲ ਲੈਂਦੇ ਹਨ। ਜਿਨ ਹਰ 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 ਰਸ ਨਾਮ ਨਾ ਪਾਇਆ। ਹੁਣ ਸਤਿਗੁਰੂ ਜੀ ਹੁਕਮ ਕਰਦੇ ਨੇ, ਮਾਨਸ ਜਨਮ ਵੀ ਲੈ ਲਿਆ, ਹੋਰ ਵੀ ਦੁਨੀਆ ਦੇ ਸਾਰੇ ਸੁੱਖ ਭੋਗ ਲਏ, ਪਰ ਜਿਸ ਨੇ ਵਾਹਿਗੁਰੂ ਦਾ ਨਾਮ ਨਹੀਂ ਪੱਲੇ ਵਿੱਚ ਪਾਇਆ, ਹਿਰਦੇ ਵਿੱਚ ਪਾਇਆ, ਤੇ ਭਾਗਹੀਣ, ਉਹ ਭਾਗਾਂ ਦੇ ਖੋਟੇ ਹਨ, ਭਾਗਾਂ ਤੋਂ ਹੀਣੇ ਹਨ। ਜਮ ਪਾਸ, ਜਮਾਂ ਦੇ ਕੋਲ ਜਾ ਕੇ ਉਹਨਾਂ ਨੂੰ ਮਾਰ ਪਵੇਗੀ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਗੁਰਦੁਆਰਾ ਸਾਹਿਬ ਜਾਣਾ ਬੜਾ ਜ਼ਰੂਰੀ ਹੈ। ਸਤਿਗੁਰ ਜੀ ਦੀ ਸ਼ਰਨ ਵਿੱਚ, ਸਾਧ ਸੰਗਤ ਵਿੱਚ ਜਾਣਾ ਬਹੁਤ ਜ਼ਰੂਰੀ ਹੈ, ਮਨੁੱਖ ਵਾਸਤੇ, ਮਾਨਸ ਵਾਸਤੇ, ਬੰਦੇ ਵਾਸਤੇ, ਗੁਰਸਿੱਖ ਵਾਸਤੇ, ਗੁਰੂ ਪਿਆਰੇ ਵਾਸਤੇ। ਗੁਰੂ ਨਾਲ ਪਿਆਰ ਕਰਨ ਕਰਕੇ ਗੁਰੂ ਪਿਆਰਾ ਬਣ ਜਾਂਦਾ ਹੈ, ਖਾਲਸ ਬਣ ਜਾਂਦਾ ਹੈ, ਸੁੱਧ ਬਣ ਜਾਂਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਹੁਕਮ ਨੂੰ ਮੰਨਣ ਕਰਕੇ ਗੁਰੂ ਦਾ ਰੂਪ ਹੀ ਹੋ ਜਾਂਦਾ ਹੈ। ਖਾਲਸਾ ਮੇਰੋ ਰੂਪ ਹੈ ਖਾਸ। ਖਾਲਸਾ ਇਜ਼ ਮਾਈ ਸਪੈਸ਼ਲ ਫਾਰਮ। ਖਾਲਸੇ ਮੈਂ ਹਾਂ ਕਰੋ ਨਿਵਾਸ, ਇੱਕ ਵਾਰੀ ਮੇਰਾ ਰੂਪ ਬਣਾ ਕੇ ਤੇ ਦੇਖ। ਆਈ ਰਿਜ਼ਾਈਡ ਇਨ ਦਾ ਖਾਲਸਾ, ਮੈਂ ਤੇ ਵਿੱਚੇ ਵਸਦਾ ਹਾਂ। ਤੇਰੇ ਵਿੱਚ ਫਰਕ ਹੈ, ਤੂੰ ਆਪਣੇ ਆਪ ਨੂੰ ਭੰਨ ਲਿਆ ਹੈ। ਸਾਬਤ ਸੂਰਤ ਰੱਬ ਦੀ, ਭੰਨੇ ਬੇਈਮਾਨ, ਉਹਦੀ ਸੂਰਤ ਨੂੰ ਤਰੋੜ ਮਰੋੜ ਦਿੱਤਾ ਹੈ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਜਿਨ੍ਹਾਂ ਨੂੰ ਸੰਗਤ ਨਹੀਂ ਪ੍ਰਾਪਤ ਹੁੰਦੀ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ, ਤ੍ਰਿਗ ਜੀਵੇ ਤ੍ਰਿਕਾਰ ਹੈ, ਉਹ ਜੈ ਮਨੁੱਖਾ ਜਨਮ ਨੂੰ, ਉਹ ਜੈ ਜੀਉਣ ਨੂੰ ਤ੍ਰਿਗ ਹੈ, ਜੇ ਕਦੀ ਆਖਿਆ ਨਹੀਂ ਸਤਨਾਮ ਸ੍ਰੀ ਵਾਹਿਗੁਰੂ, ਜੇ ਕਦੀ ਗੁਰਬਾਣੀ ਨਹੀਂ ਪੜ੍ਹੀ, ਜੇ ਕਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰ ਤੇ ਆ ਕੇ ਮੱਥਾ ਨਹੀਂ ਟੇਕਿਆ, ਆਪਣਾ ਸੀਸ ਨਹੀਂ ਭੇਟਾ ਕੀਤਾ, ਸਤਿਗੁਰ ਆ ਗਿਆ ਸੀਸ ਭੇਟ ਦਿਓ, ਤਾਈਓ ਤੇ ਸੰਗਤਾਂ ਆ ਕੇ ਆਪਣਾ ਸਿਰ ਮਸਤਕ ਲਾ ਦਿੰਦੀਆਂ ਹਨ ਗੁਰੂ ਦੇ ਚਰਨਾਂ ਵਿੱਚ, ਕਿਉਂਕਿ ਸੀਸ ਗੁਰੂ ਦਾ ਹੈ, ਆਨੰਦਪੁਰ ਸਾਹਿਬ ਦਿੱਤਾ ਹੋਇਆ ਹੈ, ਭੇਟਾ ਕੀਤਾ ਹੋਇਆ ਹੈ, ਸਾਡਾ ਥੋੜੀ ਹੈ ਸਿਰ। ਕਲਗੀਆਂ ਵਾਲੇ ਬਾਜਾਂ ਵਾਲੇ ਦਾ ਇਹ ਸੀਸ ਹੈ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੈ ਤ੍ਰਿਗ ਜੀਵਾਸ, ਉਹਨਾਂ ਦਾ ਜਿਉਣਾ ਤ੍ਰਿਗ ਹੈ। ਪਿਆਰਿਓ, ਕਿਉਂ ਇਹੋ ਜਿਹਾ ਜੀਵਨ ਬਣਾਈਏ, ਸੱਚ ਦੇ ਲੜ ਲੱਗ ਜਾਈਏ। ਗੁਰਬਾਣੀ ਸੱਚੀ ਹੈ, ਜਿਵੇਂ ਜਿਵੇਂ ਸੱਚੀ ਗੁਰਬਾਣੀ ਦੇ ਲੜ ਲੱਗਾਂਗੇ, ਹੁਕਮ ਮੰਨਾਂਗੇ, ਕਿਧਰੇ ਨਹੀਂ ਜਾਣਾ, ਗੁਰਬਾਣੀ ਨੂੰ ਗੁਰੂ ਮੰਨਣਾ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ। ਭਟਕਦੇ ਨਹੀਂ ਫਿਰਨਾ, ਕਦੀ ਕਿਤੇ ਕਦੀ ਕਿਤੇ, ਕਦੀ ਕਿਤੇ ਕਦੀ ਕਿਤੇ। ਮਨਮੁਖ ਨਹੀਂ ਬਣਨਾ, ਮਨਮੁਖ ਭੁੱਲਾ, ਬਹੁਤੀ ਰਾਹੀਂ ਬਹੁਤੇ ਰਾਵਾਂ ਵਾਲਾ ਬੰਦਾ ਦੁਖੀ ਹੁੰਦਾ ਹੈ।
ਇੱਕ ਦੇ ਲੜ ਲੱਗਣਾ ਹੈ, ਇੱਕ ਓੰਕਾਰ ਜੀ ਦੇ, ਵਾਹਿਗੁਰੂ ਜੀ ਦੇ, ਜਿਨੇ ਮਾਂ ਦੀ ਕੁੱਖ ਵਿੱਚ ਸਾਨੂੰ ਘੜਿਆ, ਬਣਾਇਆ, ਇਹ ਸੁੰਦਰ ਰੂਪ ਬਖਸ਼ਿਸ਼ ਕੀਤਾ, ਜਨਮ 9-10 ਮਹੀਨਿਆਂ ਵਿੱਚ ਦਿੱਤਾ, ਮਾਨਸ ਜਨਮ ਪੁੱਠਿਆਂ ਲਟਕਿਆਂ ਹੋਇਆਂ ਨੂੰ ਹੱਥ ਦੇ ਕੇ ਰੱਖਿਆ ਮਾਂ ਦੀ ਕੁੱਖ ਵਿੱਚ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੈ ਤ੍ਰਿਗ ਜੀਵਾਸ। ਉਹਨਾਂ ਦਾ ਜੀਵਣਾ ਤ੍ਰਿਗ ਹੈ। ਹੁਣ ਸਤਿਗੁਰੂ ਜੀ ਹੁਕਮ ਕਰਦੇ ਹਨ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਜਿਹੜੇ ਜਿਹੜੇ ਹਰ ਜਨਾਂ ਨੇ, ਹਰ ਨਾਮ ਪਰਮੇਸ਼ਰ ਦਾ ਹੈ, ਵਾਹਿਗੁਰੂ ਜੀ ਦਾ, ਅਕਾਲ ਪੁਰਖ ਜੀ ਦਾ, ਹਰ ਹਰ ਤੇਰਾ ਨਾਮ ਹੈ, ਦੁੱਖ ਮੇਟਣ ਹਾਰਾ। ਜਿਨ੍ਹਾਂ ਨੇ, ਹਰ ਜਨਾਂ ਨੇ, ਸੇਵਕਾਂ ਨੇ, ਪਿਆਰਿਆਂ ਨੇ ਸਤਿਗੁਰੂ ਜੀ ਦੀ ਸੰਗਤ ਪਾ ਲਈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ, ਹੋਰ ਕੋਈ ਨਹੀਂ, ਸਤਿਗੁਰ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ, ਬੰਦੇ ਦਾ ਬੰਦਾ ਨਹੀਂ ਬਣਨਾ, ਸ਼ਬਦ ਦੇ ਲੜ ਲੱਗਣਾ ਹੈ, ਗੁਰਬਾਣੀ ਦੀ ਗੱਲ ਸੁਣਨੀ ਹੈ। ਗੁਰਬਾਣੀ ਕਹੈ, ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਸਾਰੀ ਦੁਨੀਆ ਗੁਰਬਾਣੀ ਦੇ ਵਿੱਚੋਂ ਹੀ ਲੈ ਲੈ ਕੇ ਦੁਨੀਆ ਨੂੰ ਦੱਸ ਰਹੀ ਹੈ, ਭਲਿਆ ਕਿਉਂ ਭੁੱਲਿਆ ਫਿਰਦਾ ਹੈ, ਗੁਰੂ ਦੇ ਦਰ ਤੇ ਜਾਇਆ ਕਰ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਜਾਇਆ ਕਰ, ਤੈਨੂੰ ਰਾਹ ਮਿਲ ਜਾਵੇਗਾ ਜ਼ਿੰਦਗੀ ਦਾ। ਸਤਿਗੁਰੂ ਜੀ ਹੁਕਮ ਕਰਦੇ ਹਨ, ਜਿਨ ਹਰ ਜਨ ਸਤਿਗੁਰ ਸੰਗਤ ਪਾਈ। ਇਸ ਵੇਲੇ ਸਤਿਗੁਰੂ ਹਨ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ। ਰੋਜ਼ ਪੜ੍ਹਦੇ ਹਾਂ, ਆਗਿਆ ਭਈ ਅਕਾਲ ਕੀ ਤਬ ਹੈ ਚਲਾਇਓ ਪੰਥ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੇਜ਼, when my Akal Purkh Vaheguru Ji allow me, then I have started the faith of righteousness, Khalsa Panth। ਰੋਜ਼ ਪੜ੍ਹਦੇ ਹਾਂ, ਸਤਿਗੁਰਾਂ ਨੇ ਹੁਕਮ ਕੀਤੇ ਹਨ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। My order to all Sikhs, your Guru is Guru Granth Sahib Maharaj Ji forever after me। ਸਾਡੇ ਤੋਂ ਬਾਅਦ ਹੁਣ ਕੋਈ ਦੇਹਧਾਰੀ ਗੁਰੂ ਨਹੀਂ, ਸ਼ਬਦ ਤੁਹਾਡਾ ਗੁਰੂ ਹੈ। ਸ਼ਬਦ ਤੁਹਾਨੂੰ ਮਤ ਦੇਵੇਗਾ, ਜਿਹੜੀ ਸ਼ਬਦ ਦੀ ਮਤ ਹੈ ਉਹ ਗੁਰੂ ਦੀ ਮਤ ਹੈ, ਗੁਰਮਤ ਹੈ। ਸੰਗਤ ਵਿੱਚ ਜਾਇਆ ਕਰ, ਹਰ ਬੰਦੇ ਨੂੰ, ਹਰ ਜੀਵ ਨੂੰ, ਹਰ ਮਾਨਸ ਨੂੰ ਸਤਿਗੁਰੂ ਜੀ ਫਰਮਾ ਰਹੇ ਹਨ। ਚੌਥੇ ਪਾਤਸ਼ਾਹ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਤੁਰ ਮਸਤਕ ਲਿਖਿਆ ਲਿਖਾਸ। ਜੇ ਸੰਗਤ ਪ੍ਰਾਪਤ ਹੋ ਗਈ ਤੇ ਸਮਝ ਲਓ ਅਕਾਲ ਪੁਰਖ ਵਾਹਿਗੁਰੂ ਜੀ ਨੇ ਮਿਹਰ ਭਰੀ ਨਜ਼ਰ ਉਸ ਤੇ ਕਰ ਦਿੱਤੀ, ਉਸ ਜੀਵ ਤੇ ਲਿਖ ਦਿੱਤਾ ਉਸ ਦੇ ਭਾਗਾਂ ਵਿੱਚ ਨਾਮ ਵਾਹਿਗੁਰੂ ਜੀ ਦਾ। ਆਪਣਾ ਜਿਹੜਾ ਨਾਮ ਹੈ ਉਹ ਦਾਤ ਦੇ ਦਿੱਤੀ ਅਕਾਲ ਪੁਰਖ ਵਾਹਿਗੁਰੂ ਜੀ ਨੇ। ਜੋ ਮੰਗਦੇ ਹਨ ਧੰਨ ਗੁਰੂ ਨਾਨਕ ਸਾਹਿਬ ਜੀ, ਨਾਨਕ ਨਾਮ ਮਿਲੇ ਤਾਂ ਜੀਵਾਂ। ਕਿਉਂਕਿ ਗੁਰੂ ਨਾਨਕ ਸਾਹਿਬ ਦੇ ਘਰ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਹੈ ਕੁਝ ਨਹੀਂ। ਨਾਨਕ ਕਹਿ ਘਰ ਕੇਵਲ ਨਾਮ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਘਰ ਉਹਦਾ ਨਾਮ ਹੈ ਵਾਹਿਗੁਰੂ ਜੀ ਦਾ। ਪੂਰੀ ਦੁਨੀਆ ਵਿੱਚ ਉਹਨਾਂ ਨੇ ਸਤਨਾਮ ਹੀ ਜਪਾਇਆ ਹੈ, ਸਤਨਾਮ ਦਾ ਚੱਕਰ ਫਿਰਾਇਆ। ਅੱਜ ਵੀ ਅਸੀਂ ਆਖਦੇ ਹਾਂ ਸਤਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਰਾਮਦਾਸ ਮਹਾਰਾਜ ਜੀ
ਹੁਕਮ ਕਰਦੇ ਹਨ, ਜਪ ਮਨ ਸਤਨਾਮ ਸਦਾ ਸਤਨਾਮ। ਜਿਨ ਹਰਿ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲੇਖਾਸ। ਸਮਝੋ ਉਹਨਾਂ ਦੇ ਭਾਗਾਂ 'ਚ ਲਿਖਿਆ ਗਿਆ। ਧੰਨ ਧੰਨ ਸਤ ਸੰਗਤ, ਸੱਚੇ ਵਾਹਿਗੁਰੂ ਜੀ ਦੀ ਸੱਚੀ ਸੰਗਤ ਜਿਹੜੀ ਹੈ। ਹਰਿਮੰਦਰ ਸਾਹਿਬ ਚਲੇ ਜਾਓ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਚਲੇ ਜਾਓ, ਇਹਨਾਂ ਸਰਵਣਾਂ ਵਿੱਚ ਕੀਰਤਨ ਦੀ ਆਵਾਜ਼ ਪੈਂਦੀ ਹੈ। ਸਤ ਸੰਗਤ ਦੇ, ਸੱਚੀ ਸੰਗਤ ਦੇ। ਕਿਉਂਕਿ ਜਦੋਂ ਅੰਦਰ ਆ ਜਾਓ ਦਰਬਾਰ ਦੇ ਵਿੱਚ, ਸਾਰੇ ਹੀ ਜਪਦੇ ਹਨ ਸਤਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ ਬੁਰਿਆਂ ਪਾਸਿਆਂ ਵੱਲੋਂ ਐਮਟੀ ਹੁੰਦੇ ਹਨ, ਖਾਲੀ ਹੁੰਦੇ ਹਨ। ਪਾਪ ਪੂਪ ਸਭ ਲੈ ਜਾਂਦੇ ਹਨ ਇਸ਼ਨਾਨ ਕਰਨ ਦੇ ਨਾਲ। ਰਾਮਦਾਸ ਸਰੋਵਰ ਨਾਤੇ, ਸਭ ਉਤਰੇ ਪਾਪ ਕਮਾਤੇ। ਇਹ ਸ਼ਬਦ ਗੁਰੂ ਰਾਮਦਾਸ ਮਹਾਰਾਜ ਜੀ ਦਾ ਹੈ। ਧੰਨ ਧੰਨ ਸਤ ਸੰਗਤ, ਸੱਚੀ ਸੰਗਤ ਤੋਂ ਬਿਨਾਂ ਹਰੀ ਦਾ ਰਸ ਨਹੀਂ ਮਿਲਦਾ। ਹੋਰ ਦੁਨੀਆ ਦੇ ਰਸ ਮਿਲ ਜਾਂਦੇ ਹਨ ਆਲੇ ਦੁਆਲੇ ਸੰਸਾਰ ਵਿੱਚੋਂ, ਪਰ ਨਾਮ ਦਾ ਰਸ, ਵਾਹਿਗੁਰੂ ਜੀ ਦੇ ਸਿਮਰਨ ਦਾ ਰਸ ਨਹੀਂ ਮਿਲਦਾ ਸੱਚੀ ਸੰਗਤ ਤੋਂ ਬਿਨਾਂ, ਸੱਚੀ ਕੰਪਨੀ ਤੋਂ ਬਿਨਾਂ। ਸੁੱਚੇ ਵੀ ਹੋਣਾ ਪੈਂਦਾ ਹੈ ਮਨ ਕਰਕੇ, ਮਨ ਨੂੰ ਧੋਣਾ ਵੀ ਪੈਂਦਾ ਹੈ। ਮਨ ਧੋਵੋ ਸ਼ਬਦ ਲਾਗੋ, ਹਰ ਸਿਉ ਰਹੋ ਚਿਤ ਲਾਏ। ਮਨ ਜਿੰਨਾ ਚਿਰ ਧੋਤਾ ਨਹੀਂ ਜਾਂਦਾ, ਮਨ ਮੈਲੇ, ਸਭ ਕੁਛ ਮੈਲਾ। ਇਫ ਯੂਅਰ ਮਾਈਂਡ ਇਜ਼ ਫਿਲਥੀ, everything is filthy. Hand, eyes, ears, feet, all filthy. ਸਭ ਮੈਲੇ ਹਨ, ਪੈਰ ਵੀ, ਹੱਥ ਵੀ, ਅੱਖਾਂ ਵੀ, ਕੰਨ ਵੀ। ਧੰਨ ਧੰਨ ਸਤ ਸੰਗਤ, ਜਿਤ ਹਰ ਰਸ ਪਾਇਆ। ਮਿਲ ਜਾਓ ਸਾਧ ਸੰਗਤ ਵਿੱਚ, ਚਲੇ ਜਾਓ ਦਰਬਾਰ ਸਾਹਿਬ। ਜੇ ਨਹੀਂ ਜਾਇਆ ਜਾਂਦਾ ਤੇ ਕਬੀਰ ਮਨ ਪੰਖੀ ਭਇਓ, ਉੱਡ ਉੱਡ ਦਹਿ ਦਿਸ ਜਾਏ। ਇਹ 10 ਦਿਸ਼ਾਂ ਵੱਲ ਦੌੜ ਦੌੜ ਕੇ ਇੱਕ ਨਿਮਖ ਮੈਂ 4 ਕੁੰਟ ਫਿਰ ਆਵੇ। ਇਹ ਰੋਜ਼ ਜਾ ਕੇ ਦੁੱਖ ਭੰਜਨੀ ਸਾਹਿਬ ਇਸ਼ਨਾਨ ਕਰਕੇ ਆ ਸਕਦਾ ਹੈ। ਇਹ ਰੋਜ਼ ਹਰਿਮੰਦਰ ਸਾਹਿਬ ਸੇਵਾ ਕਰ ਸਕਦਾ ਹੈ, ਫਿਰ ਵਾਪਸ ਆਪਣੀ ਦੇਹ ਦੇ ਵਿੱਚ ਆ ਸਕਦਾ ਹੈ। ਇਹ ਮਨ ਦੇ ਕੋਲ ਬੜਾ ਕੁਝ ਹੈ, ਬੜੀ ਕਿਰਪਾ ਹੈ ਅਕਾਲ ਪੁਰਖ ਵਾਹਿਗੁਰੂ ਦੀ। ਦੇਹ ਭਾਵੇਂ ਇੱਥੇ ਬੈਠੀ ਹੋਵੇ, ਇਹ ਉੱਡ ਕੇ ਜਾ ਕੇ ਗੁਰੂ ਰਾਮਦਾਸ ਜੀ ਦੇ ਦਰ ਤੇ ਦਰਸ਼ਨ ਕਰ ਸਕਦਾ ਹੈ। ਧੰਨ ਧੰਨ ਸਤ ਸੰਗਤ, ਜਿਤ ਹਰ ਰਸ ਪਾਇਆ। ਜਿੱਥੋਂ ਹਰੀ ਦਾ ਰਸ, ਵਾਹਿਗੁਰੂ ਦੇ ਨਾਮ ਦਾ ਰਸ ਮਿਲਦਾ ਹੈ। ਮਿਲ ਜਾਣੇ ਨਾਨਕ ਨਾਮ ਪ੍ਰਗਾਸ। ਸਾਧ ਸੰਗਤ ਵਿੱਚ ਮਿਲ ਕੇ ਦੀਵਾ ਜਗ ਪੈਂਦਾ ਹੈ, ਪ੍ਰਗਾਸ਼ ਹੋ ਜਾਂਦਾ ਹੈ, ਚਾਨਣਾ ਹੋ ਜਾਂਦਾ ਹੈ। ਗੁਰਬਾਣੀ ਸੁਣ ਕੇ, ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ। ਕਿਧਰੇ ਨਹੀਂ ਜਾਣਾ, ਗੁਰੂ ਕੋਲ ਜਾਣਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ। ਭੇਦ ਜਿਹੜੇ ਹਨ, ਉਹਨਾਂ ਭੇਦਾਂ ਨੂੰ ਬੁੱਝਣਾ ਹੈ, ਖਾਲੀ ਪੜ੍ਹਨਾ ਨਹੀਂ। ਪੜ੍ਹਿਆ ਨਾਹੀਂ ਭੇਦ, ਬੁੱਝਿਆ ਪਾਵਣਾ। ਮਿਲ ਜਾਣੇ ਨਾਨਕ, ਮਿਲ ਜਾਓ। ਧੰਨ ਗੁਰੂ ਨਾਨਕ ਸਾਹਿਬ ਦੇ ਦਰ ਤੇ ਚਲੇ ਜਾਓ। ਨਾਮ ਪ੍ਰਗਾਸ, ਨਾਨਕ ਕੈ ਘਰ ਕੇਵਲ ਨਾਮ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਘਰ ਇੱਕ ਵਾਹਿਗੁਰੂ ਜੀ ਦਾ ਨਾਮ ਹੀ ਹੈ। ਜੋ ਵੀ ਜਾਂਦੇ ਹਨ, ਜਪਦੇ ਰਹਿੰਦੇ ਹਨ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਇਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਸ਼ਬਦ ਸੀ। ਪਹਿਲਾਂ
ਆਪਾਂ ਪੜ੍ਹਿਆ ਸੀ, ਨਾਨਕ ਸੱਚ ਸਵਾਰਨ ਹਾਰਾ, ਸੱਚ ਬੰਦੇ ਨੂੰ ਸਵਾਰ ਦਿੰਦਾ ਹੈ। ਝੂਠ ਦੀ ਕੂੜ ਦੀ ਸੰਗਤ ਛੱਡ ਦੇਵੇ, ਸੱਚੀ ਬਾਣੀ ਦਾ ਪੱਲਾ ਪਕੜ ਲਵੇ, ਫੜ ਲਵੇ, ਸੇਵਾ ਸਿਮਰਨ ਬੰਦਗੀ ਕਰੇ। ਅੱਜ ਦੇ ਹੁਕਮ ਹਨ, ਸਾਧ ਸੰਗਤ ਵਿੱਚ ਮਿਲ ਜਾਵੇ। ਜਿਵੇਂ ਮੈਲਾ ਪਾਣੀ ਸਮੁੰਦਰਾਂ ਵਿੱਚ ਜਾ ਕੇ ਮਿਲ ਜਾਂਦਾ ਹੈ, ਨਿਰਮਲ ਹੋ ਜਾਂਦਾ ਹੈ। ਉਸੇ ਤਰ੍ਹਾਂ ਬੰਦਾ ਵੀ ਜੇ ਸਾਧ ਸੰਗਤ ਵਿੱਚ ਜਾਵੇ, ਗੁਰਦੁਆਰਾ ਸਾਹਿਬ ਜਾਵੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਜਾਵੇ, ਨਿਰਮਲ ਹੋ ਜਾਂਦਾ ਹੈ, ਮਨ ਨਿਰਮਲ ਹੋ ਜਾਂਦਾ ਹੈ। ਸਾਧ ਨਾਮ ਨਿਰਮਲ ਤਾਕੇ ਕਰਮ, ਐਸੀ ਸਾਧ ਸੰਗਤ ਕਰ ਕਰਕੇ ਕਰਮ ਵੀ ਨਿਰਮਲ ਹੋ ਜਾਂਦੇ ਹਨ। ਡੀਡਸ ਜਿਹੜੇ ਹਨ, ਕੰਮ ਜਿਹੜੇ ਹਨ, ਉਹ ਮੰਦੇ ਨਹੀਂ ਕਰਦਾ ਬੰਦਾ। ਇੱਥੇ ਅੱਜ ਸਮਾਪਤੀ ਹੈ। ਇਹ ਦੂਜਾ ਹਿੱਸਾ ਸੀ। ਜੇ ਜ਼ਿੰਦਗੀ ਰਹੀ, ਜੇ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਨਗੇ, ਧੰਨ ਗੁਰੂ ਨਾਨਕ ਸਾਹਿਬ ਕਲਗੀਆਂ ਵਾਲੇ, ਬਾਜਾਂ ਵਾਲੇ, ਅੱਗੋਂ ਤੀਜੇ ਹਿੱਸੇ ਵਿੱਚ ਸ਼ਬਦ ਆਪਾਂ ਪੜਾਂਗੇ। ਰਾਗ ਗੂਜਰੀ ਮਹੱਲਾ ਪੰਜਵਾਂ। ਕਾਹੇ ਰੇ ਮਨ ਚਿੱਤ ਵਹਿ ਉਦਮ। ਜੇ ਭਾਗਾਂ ਵਿੱਚ ਹੋਇਆ ਤੇ ਕਥਾ ਕਰਾਂਗੇ, ਕਿਉਂਕਿ ਮਾਲਿਕ ਦਾ ਹੁਕਮ ਡਾਢਾ ਹੈ। ਆ ਕਰੋਨਾ ਵਾਇਰਸ ਵਾਸਤੇ ਸਨ 2020 ਹੈ, ਅਪ੍ਰੈਲ ਦਾ ਮਹੀਨਾ ਹੈ। ਹਰ ਬੰਦਾ ਡਰਿਆ ਪਿਆ ਹੈ, ਕਿਉਂਕਿ ਹੁਕਮ ਹੈ ਮਾਲਿਕ ਦਾ। ਇਸ ਹੁਕਮ ਨੂੰ ਉਹ ਆਪ ਹੀ ਸਮੇਟ ਸਕਦੇ ਹਨ। ਸਾਰਿਆਂ ਨੇ ਅਰਦਾਸ ਕਰਨੀ ਹੈ, ਸਤਿਗੁਰੂ ਜੀ, ਕੋਈ ਵੀ ਕੰਟਰੀ ਹੋਵੇ, ਕੋਈ ਵੀ ਮੁਲਕ ਹੋਵੇ, ਸਾਰਿਆਂ ਦੇ ਪਰਿਵਾਰ ਜੀ ਜੰਤ ਸੁਖੀ ਵਸਣ। ਇੱਥੇ ਵੀ ਅਸੀਂ ਸਾਰੇ ਸੁਖੀ ਵਸੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।